ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਆਮਦ ਜਿਹੜੀ ਹੈ, ਪ੍ਰਕਾਸ਼ ਕੀਰਤਪੁਰ ਦੀ ਧਰਤੀ ਉੱਪਰ ਪਿਤਾ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ 7ਵੀਂ ਪਾਤਸ਼ਾਹੀ ਦੇ ਗ੍ਰਹਿ ਵਿਖੇ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਗੁਰਦੇਵ ਪਾਤਸ਼ਾਹ ਦਾ ਅਵਤਾਰ ਹੋਇਆ। ਸਾਧ ਸੰਗਤ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਕੀਰਤਪੁਰ ਦੀ ਮੁਬਾਰਕ ਧਰਤੀ ਪਰ ਪ੍ਰਕਾਸ਼ ਹੋਇਆ ਤੇ ਗੁਰਦੇਵ ਪਾਤਸ਼ਾਹ ਜਦ ਜੋ ਨਾਮ ਰੱਖਿਆ ਗਿਆ ਉਹ ਮਾਤਾ ਪਿਤਾ ਦੇ ਨਾਮ ਦੇ ਸੰਜੋਗ ਕਰਕੇ ਲਿਖਿਆ ਗਿਆ। ਪਿਤਾ ਹਰਿ ਰਾਏ ਨੇ ਤੇ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਮ ਤੋਂ ਹਰ ਲਿਆ ਗਿਆ। ਮਾਤਾ ਕ੍ਰਿਸ਼ਨ ਕੌਰ ਜੀ ਹੈ ਤੇ ਉਹਨਾਂ ਦੇ ਨਾਮ ਤੋਂ ਕ੍ਰਿਸ਼ਨ ਲਿਆ ਗਿਆ ਤੇ ਨਾਮ ਰੱਖਿਆ ਗਿਆ ਹਰਿਕ੍ਰਿਸ਼ਨ। ਬੜੇ ਪਿਆਰ ਦੇ ਨਾਲ ਸੰਗਤਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਬੁਲਾਉਂਦੀਆਂ ਨੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਅਰਬਲਾ ਤਕਰੀਬਨ 5.25 ਸਾਲ ਦੀ ਜਦੋਂ ਹੋਈ, ਉਹ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਔਰ ਸਾਧ ਸੰਗਤ, ਜਦੋਂ ਗੁਰਦੇਵ ਪਾਤਸ਼ਾਹ ਮਹਾਰਾਜ ਤਖਤ ਨਸ਼ੀਨ ਹੋਏ ਨਾ, ਤੇ ਅੱਜ ਕਈਆਂ ਦੇ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਹੋਇਆ ਕਿ ਇਤਨੀ ਛੋਟੀ ਉਮਰ ਦੇ ਵਿੱਚ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਪਰ ਕਿਵੇਂ ਬਿਰਾਜਮਾਨ ਹੋ ਸਕਦੇ ਨੇ। ਹੁਣ ਬਜ਼ੁਰਗੀ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੈ, ਜੋਤ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੈ, ਕਿਉਂਕਿ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਮਰ 5.25 ਸਾਲ ਦੀ ਹੈ ਜਦੋਂ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ। ਔਰ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰਦੇ ਹਾਂ ਤੇ 73 ਸਾਲ 74 ਸਾਲ ਦੀ ਅਰਬਲਾ ਹੈ ਜਦੋਂ ਗੁਰਦੇਵ ਪਾਤਸ਼ਾਹ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ। ਇਹ ਕੋਈ ਸਰਕਾਰੀ ਜੋਬ ਨਹੀਂ ਹੈ ਕਿ 60 ਸਾਲ ਦੀ ਉਮਰ ਤੋਂ ਬਾਅਦ ਬੰਦੇ ਨੂੰ ਰਿਟਾਇਰ ਕੀਤਾ ਜਾਏ। ਇਹਦਾ ਸੰਬੰਧ ਜੋਤ ਦੇ ਨਾਲ ਹੈ, ਇਹਦਾ ਸੰਬੰਧ ਅਕਲ ਦੇ ਨਾਲ ਹੈ, ਇਸ ਦਾ ਸੰਬੰਧ ਬਜ਼ੁਰਗੀ ਦੇ ਨਾਲ ਹੈ। ਔਰ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 5.25 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਪਰ ਬਿਰਾਜਮਾਨ ਹੁੰਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ ਮਾਝ ਰਾਗ ਅੰਦਰ। ਮਹਾਰਾਜ ਆਖਦੇ ਨੇ ਕਿ ਗੁਰ ਦਾਤਾ ਗੁਰ ਹੀਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। ਉਹ ਆਖਦੇ ਨੇ ਕਿ ਗੁਰੂ ਦੇ ਅੰਦਰ ਇਹ ਅਜ਼ਮਤ ਹੈ, ਗੁਰੂ ਦੇ ਅੰਦਰ ਇਹ ਰਹਿਮਤ ਹੈ ਕਿ ਗੁਰ ਦਾਤਾ ਗੁਰੂ ਦਾਤਾ ਹੈ। ਕਿਉਂਕਿ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਔਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਔਰ ਜਿਵੇਂ ਦੁਨਿਆਵੀ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ, ਇਸੇ ਤਰ੍ਹਾਂ ਗੁਰੂ ਦੁਨਿਆਵੀ ਦਾਤਾਂ ਤੇ ਦਿੰਦਾ ਹੀ ਹੈ, ਨਾਲ ਨਾਲ ਨਾਮ ਦੀ ਦਾਤ ਦੇਣ ਵਾਲਾ ਵੀ ਗੁਰੂ ਪਰਮੇਸ਼ਰ ਹੀ ਹੈ। ਸਤਿਗੁਰ ਪਾਤਸ਼ਾਹ ਦੀ ਪਾਵਨ ਬਾਣੀ ਦੇ ਬੜੇ ਪਿਆਰੇ ਬਚਨ ਨੇ। ਮਹਾਰਾਜ ਆਖਦੇ ਨੇ ਕਿ ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਾਨਾ। ਸਤਿਗੁਰ ਆਖਦੇ ਨੇ ਕਿ ਜਦੋਂ ਤੋਂ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਹੈ, ਪਰਮਾਤਮਾ ਨੇ ਜਿਨ੍ਹਾਂ ਨੂੰ ਵੀ ਨਾਮ ਦੀ ਦਾਤ ਦਿੱਤੀ ਹੈ ਉਹ ਗੁਰੂ ਦੇ ਰਾਹੀਂ ਦਿੱਤੀ ਹੈ। ਜਿਵੇਂ ਸਮੁੰਦਰ ਦਾ ਪਾਣੀ ਕੋਈ ਸਿੱਧਾ ਪ੍ਰਾਪਤ ਕਰਨਾ ਚਾਹੇ ਤੇ ਸਮੁੰਦਰ ਦਾ ਪਾਣੀ ਅਤ ਦਾ ਖਾਰਾ ਹੈ, ਕੋਈ ਪੀ ਨਹੀਂ ਸਕਦਾ, ਪਰ ਉਹੀ ਸਮੁੰਦਰ ਦਾ ਪਾਣੀ ਭਾਵ ਬਣ ਕੇ ਅਰਸ਼ਾਂ ਦੇ ਵਿੱਚ ਗਿਆ, ਅਰਸ਼ਾਂ ਦੇ ਵਿੱਚ ਬੱਦਲ ਪਏ, ਉਸੇ ਪਾਣੀ ਨੂੰ ਜੀਵ ਆਪਣੀ ਵਰਤੋਂ ਵਿੱਚ ਲਿਆਂਦੇ ਨੇ, ਹੈ ਉਹੀ ਪਾਣੀ ਹੈ। ਜਦੋਂ ਜੀਵਨ ਦੇ ਵਿੱਚ ਗੁਰੂ ਰੂਪੀ ਬੱਦਲ ਆ ਜਾਏ ਤੇ ਸਮੁੰਦਰ ਰੂਪੀ ਪਰਮਾਤਮਾ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ। ਇਸ ਲਈ ਗੁਰਦੇਵ ਆਖਦੇ ਨੇ ਕਿ ਗੁਰ ਦਾਤਾ ਗੁਰੂ ਦਾਤਾ ਹੈ। ਅਗਲਾ ਗੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਗੁਰ ਹੀਵੈ ਘਰ, ਗੁਰੂ ਜਿਹੜਾ ਹੈ ਉਹ ਠੰਡ ਦਾ ਸੋਮਾ ਹੈ, ਗੁਰੂ ਸ਼ੀਤਲਤਾ ਦਾ ਸੋਮਾ ਹੈ। ਤੇ ਕਬੀਰ ਸਾਹਿਬ ਨੇ ਬੜੀ ਸੋਹਣੀ ਤੁਲਨਾ ਦਿੱਤੀ ਬਾਣੀ ਦੇ ਵਿੱਚ। ਉਹ ਆਖਦੇ ਨੇ ਕਿ ਗੁਰੂ ਇਸ ਤਰ੍ਹਾਂ ਹੈ ਜਿਵੇਂ ਚੰਦਨ ਦਾ ਦਰਖਤ ਹੈ, ਕਿ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਉਹ ਆਖਦੇ ਨੇ ਕਿ ਚੰਦਨ ਕੇਵਲ ਖੁਸ਼ਬੂ ਹੀ ਨਹੀਂ ਦਿੰਦਾ, ਚੰਦਨ ਦੇ ਅੰਦਰ ਸ਼ੀਤਲਤਾ ਹੈ, ਚੰਦਨ ਦੇ ਅੰਦਰ ਠੰਡ ਹੈ। ਤੇ ਇੱਥੋਂ ਤੱਕ ਕਿ ਜ਼ਹਿਰੀਲੇ ਜੋ ਜੀਵ ਨੇ
ਸਭ ਆਦਿ ਨੇ ਉਹ ਵੀ ਆ ਕੇ ਉਸ ਚੰਦਨ ਦੇ ਨਾਲ ਲਿਪਟੇ ਰਹਿੰਦੇ ਨੇ। ਚੰਦਨ ਉਹਨਾਂ ਨੂੰ ਵੀ ਜਿਹੜੀ ਹੈ ਠੰਡ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਠੰਡ ਦਾ ਸੋਮਾ ਹੈ, ਸ਼ੀਤਲਤਾ ਦਾ ਸੋਮਾ ਹੈ। ਤਪਦੇ ਹੋਏ ਹਿਰਦੇ ਵੀ ਜੇ ਗੁਰੂ ਦੀ ਸ਼ਰਨ 'ਚ ਆ ਜਾਣ ਤੇ ਗੁਰੂ ਉਹਨਾਂ ਦੇ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰ ਕੇ ਰੱਖ ਦਿੰਦਾ ਹੈ। ਉਹਨਾਂ ਹਿਰਦਿਆਂ ਅੰਦਰ ਸ਼ੀਤਲਤਾ ਭਰ ਦਿੰਦਾ ਹੈ। ਬਾਣੀ ਦੇ ਬੜੀਆਂ ਐਗਜ਼ਾਮਪਲਾਂ ਨੇ। ਔਰ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਤੁਲੰਬੇ ਦੀ ਧਰਤੀ ਉੱਪਰ ਸੱਜਣ ਠੱਗ ਹਿਰਦਾ ਤਪਦਾ ਹੀ ਸੀ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਸੱਜਣ ਠੱਗ ਸੀ ਵਾਕਈ ਸੱਜਣ ਬਣਾ ਦਿੱਤਾ। ਨੁਰੰਗੇ ਨਾਮ ਦੇ ਕੋਹੜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੀਪਾਲਪੁਰ ਦੀ ਧਰਤੀ ਉੱਪਰ ਰਹਿਮਤ ਕਰਕੇ ਉਹਦਾ ਕੋਹੜ ਦਾ ਰੂਪ ਕਟਿਆ, ਜਿੱਥੇ ਬਾਬੇ ਨਾਨਕ ਨੇ ਇਹ ਸ਼ਬਦ ਆਖੇ ਸਨ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਤਪਦੇ ਹੋਇਆਂ ਹਿਰਦਿਆਂ ਨੂੰ ਗੁਰਦੇਵ ਪਾਤਸ਼ਾਹ ਨੇ ਸ਼ੀਤਲ ਕਰ ਦਿੱਤਾ। ਗੁਰ ਦਾਤਾ ਗੁਰ ਹੀਵੈ ਘਰ, ਗੁਰ ਦੀਪਕ। ਗੁਰੂ ਦੇ ਅੰਦਰ ਇਹ ਗੁਣ ਨੇ, ਉਹ ਦੀਪਕ ਦੀ ਤਰ੍ਹਾਂ ਹੈ। ਤੇ ਦੀਪਕ ਕੀ ਕਰਦਾ ਹੈ? ਉਹ ਚਾਨਣ ਕਰਦਾ ਹੈ। ਗੁਰੂ ਵੀ ਸਿੱਖ ਦੇ ਜੀਵਨ ਦੇ ਵਿੱਚੋਂ ਅੰਧਕਾਰ ਦੂਰ ਕਰਕੇ ਅੰਦਰ ਚਾਨਣ ਕਰ ਦਿੰਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ। ਕਿਉਂਕਿ ਗੁਰੂ ਸ਼ਬਦ ਦੇ ਮੀਨਿੰਗ ਹੀ ਇਹੀ ਨੇ। ਗੂ ਤੂੰ ਪਾਉਂਦਾ ਹਨੇਰਾ, ਉਹ ਰੂਹ ਤੂੰ ਪਾਉਂਦਾ ਪ੍ਰਕਾਸ਼। ਜਿਹੜਾ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਏ ਉਹ ਗੁਰੂ ਹੈ। ਗੁਰ ਦੀਪਕ ਤਿਹ ਲੋਏ, ਤਿੰਨਾਂ ਲੋਕਾਂ ਦੇ ਵਿੱਚ ਅਮਰ ਪਦਾਰਥ ਨਾਨਕਾ। ਸਤਿਗੁਰ ਆਖਦੇ ਨੇ ਕਿ ਗੁਰੂ ਅਮਰ ਰੂਪੀ ਪਦਾਰਥ ਦੇਣ ਵਾਲਾ ਹੈ, ਨਾਮ ਰੂਪੀ ਪਦਾਰਥ ਜੋ ਕਦੇ ਮੁਕਦਾ ਜੀ ਨੂੰ, ਜੋ ਕਦੇ ਨਾਸ਼ ਨਹੀਂ ਹੁੰਦਾ। ਤਾਂ ਹੀ ਗੁਰੂ ਅਰਜੁਨ ਦੇਵ ਮਹਾਰਾਜ ਨੇ ਇਹ ਬਚਨ ਕੀਤੇ ਨੇ। ਉਹ ਆਖਦੇ ਨੇ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਿਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਪਦ ਦੋ ਜਾਈ। ਇਹ ਨਾਮ ਰੂਪੀ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ। ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। ਤੇ ਜਿਨ੍ਹਾਂ ਦਾ ਫਿਰ ਮਨ ਗੁਰੂ ਦੇ ਉੱਪਰ ਪਤੀਜ ਗਿਆ, ਭਰੋਸੇ ਦੇ ਨਾਲ ਜਿਹੜੇ ਗੁਰੂ ਦੇ ਸ਼ਰਨ 'ਚ ਆ ਗਏ, ਉਹਨਾਂ ਦੇ ਜੀਵਨ ਅੰਦਰ ਸੁਖ ਆਉਂਦੇ ਨੇ। ਤਾਂ ਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਸਮ ਗ੍ਰੰਥ ਦੀ ਬਾਣੀ ਬਚਿੱਤਰ ਨਾਟਕ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। 5.25 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ, ਤੇ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਗੁਰੂ ਦਾ ਜੋਤ ਦਾ ਸੰਬੰਧ ਉਮਰ ਦੇ ਨਾਲ ਨਹੀਂ ਕੀਤਾ ਜਾ ਸਕਦਾ। ਇਹ ਬਜ਼ੁਰਗੀ, ਇਹ ਅਕਲ, ਇਹ ਜੋਤ ਕਿਸੇ ਵੀ ਉਮਰ ਦੇ ਵਿੱਚ ਪਰਮਾਤਮਾ ਦੀ ਦਾਤ ਹੈ। ਉਹ ਕਿਸੇ ਵੀ ਹਿਰਦੇ ਅੰਦਰ ਟਿਕਾ ਸਕਦਾ ਹੈ। ਰੱਬੀ ਬਾਣੀ ਦੇ ਵਿੱਚ ਕਬੀਰ ਸਾਹਿਬ ਨੇ ਬੜੇ ਪਿਆਰੇ ਬਚਨ ਕੀਤੇ ਨੇ। ਉਹ ਆਖਦੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਬੀਰ ਸਾਹਿਬ ਆਖਦੇ ਨੇ ਕਿ ਰਾਮ ਦੇ ਨਾਮ ਨੂੰ ਇਸ ਤਰ੍ਹਾਂ ਜਪਿਆ ਕਰ ਜਿਵੇਂ ਧਰੂ ਔਰ ਪ੍ਰਹਿਲਾਦ ਨੇ ਜਪਿਆ। ਔਰ ਭਗਤ ਧਰੂ ਦੀ ਉਮਰ ਵੀ ਔਰ ਭਗਤ ਪ੍ਰਹਿਲਾਦ ਦੀ ਉਮਰ ਵੀ ਕੋਈ ਵਡੇਰੀ ਨਹੀਂ ਹੈ। 5 ਸਾਲ ਤੇ 8 ਸਾਲ ਦੀ ਉਮਰ ਹੈ ਉਹਨਾਂ ਭਗਤਾਂ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਉਹਨਾਂ ਭਗਤਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਬਾਣੀ 15 ਭਗਤ ਸਾਹਿਬਾਨਾਂ ਦੀ ਉਚਾਰਨ ਕੀਤੀ ਹੈ, ਜਾਂ ਉਹਨਾਂ ਭਗਤਾਂ ਦੇ ਬਾਰੇ ਗੁਰੂ ਪਾਤਸ਼ਾਹ ਨੇ ਐਗਜ਼ਾਮਪਲ ਦਿੱਤੇ ਨੇ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਇਕਮਿਕ ਹੋ ਗਏ। ਹੁਣ ਭਗਤ ਧਰੂ ਔਰ ਪ੍ਰਹਿਲਾਦ ਦੀ ਬਾਣੀ ਨਹੀਂ ਪਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ, ਤੇ ਕਬੀਰ ਸਾਹਿਬ ਨੇ ਉਹਨਾਂ ਭਗਤਾਂ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਅੰਦਰ ਦਿੱਤਾ ਹੈ। ਭਗਤ ਪ੍ਰਹਿਲਾਦ ਆਪਣੇ ਘਰ ਦੇ ਵਿੱਚ ਪਿਤਾ ਦੁਸ਼ਮਣ ਬਣ ਗਿਆ ਆਪਣੀ ਔਲਾਦ ਦਾ, ਪਰ ਜੇ ਮਾਲਕ ਦੇ ਉੱਪਰ ਟੇਕ ਲੱਖੀ ਤੇ ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਿਆ। ਭਗਤ ਧਰੂ ਜੀ ਘਰ ਦੇ ਅੰਦਰ ਮਤਰੇਈ ਮਾਂ ਆ ਗਈ ਤੇ ਆਪਣੀ ਮਾਂ ਦੀ ਕਦਰ ਘਟ ਗਈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਵਾਰ ਦੇ ਵਿੱਚ ਬਚਨ ਉਚਾਰਨ ਕੀਤੇ ਨੇ। ਉਹ ਆਖਦੇ ਨੇ ਕਿ ਧਰੂ ਹੱਸਦਾ ਘਰ ਆਇਆ। ਭਗਤ ਧਰੂ ਜੀ ਹੱਸਦੇ ਹੋਏ ਆਪਣੇ ਘਰ ਦੇ ਵਿੱਚ ਆਏ। ਕਰ ਪਿਆਰ ਪਿਓ ਕੁਛੜ ਲੀਤਾ,
ਤੇ ਪਿਓ ਨੇ ਬੜੇ ਪਿਆਰ ਦੇ ਨਾਲ ਭਗਤ ਧਰੂ ਜੀ ਦੇ ਪਿਤਾ ਨੇ ਆਪਣੀ ਗੋਦ ਦੇ ਆਪਣੇ ਬੱਚੇ ਨੂੰ ਲੈ ਲਿਆ। ਇਹ ਦੇਖ ਕੇ ਮਤਰੇਈ ਮਾਂ ਭਗਤ ਧਰੂ ਦੀ ਉਹ ਸਹਾਰ ਨਾ ਸਕੀ ਤੇ ਹੱਥ ਪਕੜ ਕੇ ਧਰੂ ਨੂੰ ਪਿਤਾ ਦੀ ਗੋਦ ਚੋਂ ਬਾਹਰ ਕੱਢ ਦਿੱਤਾ। ਭਾਈ ਗੁਰਦਾਸ ਜੀ ਆਖਦੇ ਨੇ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਮਨ ਵਿੱਚ ਰੋਸ ਮਤਰੇਈ ਕੀਤਾ। ਉਹ ਆਪਣੀ ਮਾਂ ਕੋਲੋਂ ਪੁੱਛਦਾ ਹੈ ਕਿ ਤੂੰ ਸਾਵਾਣੀ ਹੈ ਕਿ ਸੁਰੀਤਾ, ਕਿ ਹੇ ਮੇਰੀ ਮਾਏ ਤੂੰ ਰਾਣੀ ਹੈ ਕਿ ਤੂੰ ਗੋਲੀ ਹੈ, ਕਿ ਮੇਰੇ ਨਾਲ ਇਹ ਵਿਤਕਰਾ ਹੋਇਆ ਕਿ ਅੱਜ ਮੈਂ ਆਪਣੀ ਪਿਤਾ ਦੀ ਗੋਦ ਦੇ ਵਿੱਚ ਨਹੀਂ ਬੈਠ ਸਕਦਾ। ਤੇ ਅਗਲੇ ਬਚਨ ਕਿ ਕਿਸ ਉਦਮ ਤੇ ਰਾਜ ਮਿਲੈ, ਸਤਰ ਸਭ ਹੋਵਨ ਮੀਤਾ ਮਾਂ, ਕਿਹੜਾ ਮੈਂ ਉਦਮ ਕਰਾਂ ਜਿਸ ਦੇ ਨਾਲ ਮੈਨੂੰ ਰਾਜ ਭਾਗ ਮਿਲ ਜਾਏ, ਜਿਹੜੇ ਸ਼ਤਰੂ ਬਣੇ ਹੋਏ ਨੇ ਇਹ ਮੇਰੇ ਆਪਣੇ ਬਣ ਜਾਣ। ਭਾਈ ਗੁਰਦਾਸ ਜੀ ਆਖਦੇ ਨੇ ਕਿ ਮਾਂ ਨੇ ਫਿਰ ਸਿੱਖਿਆ ਦਿੱਤੀ, ਆਖਣ ਲੱਗੀ ਪਾਰ ਬ੍ਰਹਮ ਆਰਾਧੀਐ, ਜਿੰਦੂ ਹੋਈਐ ਪਤਿਤ ਪੁਨੀਤਾ, ਕਿ ਹੇ ਬੇਟਾ ਜੇ ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧਿਆ ਜਾਏ ਨਾ ਫਿਰ ਸਾਰੇ ਆਪਣੇ ਬਣ ਜਾਂਦੇ ਨੇ, ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਤੇ ਭਗਤ ਧਰੂ ਨੇ ਮਾਲਕ ਦੀ ਆਰਾਧਨਾ ਕੀਤੀ ਤੇ ਰੱਬ ਪਰਮਾਤਮਾ ਦਾ ਰੂਪ ਹੋ ਗਏ। ਕਬੀਰ ਸਾਹਿਬ ਨੇ ਉਹਨਾਂ ਦੋਹਾਂ ਭਗਤਾਂ ਦੀ ਗੱਲ ਕੀਤੀ ਜਿਨ੍ਹਾਂ ਦੀ ਉਮਰ ਛੋਟੀ ਹੈ। ਇਤਿਹਾਸ ਦੇ ਜ਼ਿਕਰ ਆਂਦਾ ਹੈ ਕਿ ਸ਼ੇਖ ਸ਼ਾਦੀ ਬੜਾ ਵਿਦਵਾਨ ਸੀ। ਉਹ ਦੁਨੀਆ ਦੀ ਯਾਤਰਾ ਦੇ ਵਿੱਚ ਨਿਕਲੇ ਆ। ਯਾਤਰਾ ਕਰਦਿਆਂ ਹੋਇਆਂ ਉਹਦੇ ਕੋਲ ਪੈਸਿਆਂ ਦੀ ਥੁੜ ਹੋ ਗਈ, ਕਿਉਂਕਿ ਯਾਤਰਾ ਬੜੀ ਲੰਬੇਰੀ ਸੀ। ਸ਼ੇਖ ਸ਼ਾਦੀ ਨੇ ਆਪਣੇ ਨਾਲ ਇੱਕ ਮੁਰਗਾ ਰੱਖਿਆ, ਇੱਕ ਖੋਤਾ ਰੱਖਿਆ, ਇੱਕ ਆਪ ਸੀ ਉਹ। ਇਹ ਤਿੰਨੋਂ ਯਾਤਰਾ ਦੇ ਵਿੱਚ ਨਿਕਲੇ। ਲੰਬੇਰੀ ਯਾਤਰਾ ਹੋਣ ਕਰਕੇ ਰਾਹ ਦੇ ਵਿੱਚ ਪੈਸੇ ਮੁੱਕ ਗਏ, ਕੇਵਲ 1 ਟਕਾ ਬਚਿਆ। ਹੁਣ ਸ਼ੇਖ ਸ਼ਾਦੀ ਆਪਣੇ ਮਨ ਦੇ ਵਿੱਚ ਇਹ ਵਿਚਾਰਦਾ ਹੈ ਕਿ 1 ਟਕੇ ਦਾ ਜੇ ਮੈਂ ਖਾਵਾਂਗਾ ਤੇ ਮੇਰਾ ਮੁਰਗਾ ਔਰ ਮੇਰਾ ਖੋਤਾ ਜਿਹੜਾ ਹੈ ਇਹ ਭੁੱਖੇ ਰਹਿ ਜਾਣਗੇ, ਔਰ ਜੇ ਖੋਤੇ ਨੂੰ ਖਵਾ ਦਿਆਂ ਤੇ ਮੇਰੇ ਸਮੇਤ ਮੁਰਗਾ ਭੁੱਖਾ ਰਹਿ ਜਾਏਗਾ। 1 ਟਕੇ ਦੇ ਨਾਲ ਜੇ ਮੁਰਗੇ ਨੂੰ ਖਵਾਵਾਂ ਤੇ ਖੋਤਾ ਵੀ ਔਰ ਮੈਂ ਵੀ ਮੈਂ ਭੁੱਖਾ ਰਹਿ ਜਾਵਾਂਗਾ। ਇਹ ਮਨ ਦੀ ਚਿੰਤਾ ਲੈ ਕੇ ਉਹ ਇੱਕ ਜਗ੍ਹਾ ਦੇ ਉੱਪਰ ਬੈਠਾ ਹੋਇਆ। ਇੱਕ ਛੋਟਾ ਜਿਹਾ ਬੱਚਾ ਉੱਥੋਂ ਲੰਘਿਆ, ਆਖਣ ਲੱਗਾ ਬਜ਼ੁਰਗੋ ਕੀ ਗੱਲ ਹੈ, ਬੜੇ ਪਰੇਸ਼ਾਨ ਹੋ। ਸ਼ੇਖ ਸ਼ਾਦੀ ਨੇ ਦੇਖਿਆ ਛੋਟਾ ਜਿਹਾ ਬੱਚਾ ਹੈ, ਆਖਣ ਲੱਗਾ ਬੇਟਾ ਮੇਰੇ ਮਨ ਦੇ ਵਿੱਚ ਇਹ ਤੋਖਲਾ ਹੈ, ਚਿੰਤਾ ਹੈ ਕਿ ਮੇਰੇ ਕੋਲ 1 ਟਕਾ ਬਚਿਆ ਹੈ। 1 ਟਕੇ ਦੇ ਨਾਲ ਮੈਂ ਆਪਣਾ ਪੇਟ ਭਰਾਂ, ਇਸ ਮੁਰਗੇ ਦਾ ਪੇਟ ਭਰਾਂ, ਇਸ ਖੋਤੇ ਦਾ ਪੇਟ ਭਰਾਂ, ਮੈਂ ਚਿੰਤਾ ਦੇ ਵਿੱਚ ਹਾਂ। ਉਹ ਬੱਚਾ ਹੱਸ ਪਿਆ, ਕਹਿਣ ਲੱਗਾ ਹੈ ਤੇ ਤੁਸੀਂ ਬਜ਼ੁਰਗ ਪਰ ਗੱਲਾਂ ਤੁਸੀਂ ਬੱਚਿਆਂ ਵਰਗੀਆਂ ਕਰਦੇ ਹੋ। ਸ਼ੇਖ ਸ਼ਾਦੀ ਕਹਿਣ ਲੱਗੇ ਕੀ ਹੋਇਆ? ਉਹ ਆਖਣ ਲੱਗਾ ਤੁਸੀਂ 1 ਟਕੇ ਦੇ ਹਦਵਾਣੇ ਲੈ ਲਿਓ, ਜਿਹਨੂੰ ਅਸੀਂ ਹਿੰਦੀ ਦੇ ਤਰਬੂਜ ਕਹਿ ਦਿੰਦੇ ਹਾਂ। ਕਹਿੰਦੇ 1 ਟਕੇ ਦੇ ਹਦਵਾਣੇ ਲੈ ਲਿਓ, ਜਿਹੜਾ ਤਰਬੂਜ ਹੈ ਤੁਸੀਂ ਆਪ ਖਾ ਲਿਓ, ਜੋ ਛਿੱਲੜ ਨੇ ਉਹ ਖੋਤੇ ਨੂੰ ਪਾ ਦਿਓ ਤੇ ਜੋ ਬੀਜ ਨੇ ਉਹ ਮੁਰਗੇ ਨੂੰ ਪਾ ਦਿਓ। ਸ਼ੇਖ ਸ਼ਾਦੀ ਨੇ ਧਰਤੀ ਦੇ ਉੱਪਰ ਸਿਜਦਾ ਕੀਤਾ, ਮੱਥਾ ਟੇਕਿਆ ਤੇ ਆਖਿਆ ਕਿ ਅਕਲ ਜੜੀ ਹੈ ਇਹ ਕੇਵਲ ਬਜ਼ੁਰਗੀ ਵਿੱਚ ਹੀ ਨਹੀਂ, ਬੁਢਾਪੇ ਦੇ ਵਿੱਚ ਹੀ ਨਹੀਂ, ਇਹ ਬਚਪਨ ਦੇ ਵਿੱਚ ਹੀ ਪਰਮਾਤਮਾ ਦੀ ਰਹਿਮਤ ਹੋਏ ਤੇ ਬਚਪਨ ਦੇ ਵਿੱਚ ਇਹ ਦਾਤ ਮਿਲ ਸਕਦੀ ਹੈ। ਮੈਂ ਇਹ ਤਾਂ ਬੇਨਤੀਆਂ ਕਰ ਰਿਹਾ ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਉਮਰ 5.25 ਸਾਲ ਦੀ ਉਮਰ ਹੈ ਤੇ ਲੋਕਾਂ ਦੇ ਮਨ ਦੇ ਸ਼ੰਕੇ ਸਨ। ਬਾਬਾ ਫਰੀਦ ਸਾਹਿਬ ਦੀ ਉਮਰ ਤਕਰੀਬਨ 11 ਸਾਲ ਦੀ ਸੀ ਜਦੋਂ ਕੁਰਾਨ ਸ਼ਰੀਫ ਗ੍ਰੰਥ ਜਿਹੜਾ ਹੈ, ਕਿਉਂਕਿ ਇਸਲਾਮ ਧਰਮ ਦੇ 4 ਗ੍ਰੰਥ ਨੇ, ਅੰਜੀਲ, ਤਰੋਤ, ਜੰਬੂਰ ਔਰ ਕੁਰਾਨ। ਇਹ 4 ਗ੍ਰੰਥ ਨੇ। ਉਹ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਨੂੰ ਕੁਰਾਨ ਸ਼ਰੀਫ ਜਿਹੜੀ ਹੈ ਉਹ ਸਾਰੀ ਦੀ ਸਾਰੀ 11 ਸਾਲ ਦੀ ਉਮਰ ਦੇ ਵਿੱਚ ਯਾਦ ਸੀ, ਭਾਵੇਂ ਕਿ ਮਾਂ ਨੇ ਬਾਬਾ ਫਰੀਦ ਸਾਹਿਬ ਨੂੰ ਬਾਣੀ ਦੇ ਨਾਲ ਪਰਮਾਤਮਾ ਦੇ ਨਾਲ ਜੋੜਿਆ। ਤੇ ਜਦੋਂ ਰਸ ਬਾਬਾ ਫਰੀਦ ਸਾਹਿਬ ਨੂੰ ਆ ਗਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਮਾਂ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਜੋ ਪਰਮਾਤਮਾ ਦੇ ਨਾਮ ਦੇ ਵਿੱਚ ਰਸ ਹੈ, ਜੋ ਆਨੰਦ ਹੈ, ਉਹ ਦੁਨਿਆਵੀ ਵਸਤੂਆਂ ਦੇ ਵਿੱਚ ਵੀ ਨਹੀਂ ਹੈ। ਬਾਬਾ ਬੁੱਢਾ ਜੀ ਦੀ ਉਮਰ ਬੜੀ ਛੋਟੀ ਸੀ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ
ਕੱਤੂ ਨੰਗਲ ਦੀ ਧਰਤੀ ਪਰ ਮਿਲਦੇ ਨੇ। ਤੇ ਬਾਬੇ ਨਾਨਕ ਨੇ ਆਖਿਆ ਕਿ ਸਾਡੇ ਵਾਸਤੇ ਕੀ ਭੇਟਾ ਲੈ ਕੇ ਆਏ ਹੋ। ਦੁੱਧ ਦਾ ਛੰਨਾ ਭਰ ਕੇ ਸੋਖਾ ਕਰਦਿਆਂ ਕਟੋਰੇ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਦੁੱਧ ਦਿੱਤਾ। ਮਹਾਰਾਜ ਨੇ ਦੁੱਧ ਛਕ ਲਿਆ। ਉਹ ਖੜੇ ਰਹਿੰਦੇ ਸਨ ਬਾਬਾ ਬੁੱਢਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ ਤੇਰਾ ਨਾਂ ਕੀ ਹੈ? ਕਹਿਣ ਲੱਗੇ ਜੀ ਬੂੜਾ ਹੈ ਮੇਰਾ ਨਾਂ। ਤੇ ਰੋਜ਼ਾਨਾ ਹਾਜ਼ਰੀਆਂ ਭਰਨੀਆਂ ਤੇ ਮਹਾਰਾਜ ਆਖਣ ਲੱਗੇ ਤੇਰੇ ਮਨ ਵਿੱਚ ਵੀ ਕੋਈ ਸਵਾਲ ਹੈ? ਆਖਣ ਲੱਗੇ ਗੁਰਦੇਵ ਪਾਤਸ਼ਾਹ ਮੌਤ ਦਾ ਭੈ ਜਿਹੜਾ ਹੈ ਇਹ ਨਹੀਂ ਜਾਂਦਾ। ਸਤਿਗੁਰ ਆਖਣ ਲੱਗੇ ਤੇਰੇ ਮਨ ਦੇ ਅੰਦਰ ਇਹ ਸਵਾਲ ਕਿਵੇਂ ਪੈਦਾ ਹੋਇਆ? ਉਹ ਆਖਣ ਲੱਗੇ ਮੁਗਲ ਆਉਂਦੇ ਨੇ ਆ ਕੇ ਸਾਡੀਆਂ ਫਸਲਾਂ ਨੂੰ ਉਜਾੜ ਕੇ ਚਲੇ ਜਾਂਦੇ ਨੇ, ਭਾਵੇਂ ਉਹ ਫਸਲ ਕੱਚੀ ਹੋਏ ਭਾਵੇਂ ਫਸਲ ਪੱਕੀ ਹੋਏ। ਕੱਚੀ ਪੱਕੀ ਫਸਲ ਨੂੰ ਉਜਾੜ ਕੇ ਚਲੇ ਜਾਂਦੇ ਨੇ ਤੇ ਜਿਹੜੀ ਫਸਲ ਤਿਆਰ ਹੈ ਉਹ ਲੁੱਟ ਕੇ ਲੈ ਜਾਂਦੇ ਨੇ। ਤੇ ਮੈਂ ਸੋਚਿਆ ਇਹ ਕੱਚੀ ਫਸਲ ਦਾ ਕੀ ਕਸੂਰ ਹੈ? ਪਰਮਾਤਮਾ ਨੇ ਇਸ ਸੰਸਾਰ ਦੇ ਜੋ ਜੀ ਭੇਜੇ ਨੇ ਮਾਲਕ ਦੀ ਮਰਜ਼ੀ ਹੈ, ਭਾਵੇਂ ਕੱਚੀ ਦੇ ਚ ਲੈ ਜਾਏ ਤੇ ਭਾਵੇਂ ਪੱਕੀ ਦੇ ਲੈ ਜਾਏ। ਮੌਤ ਦਾ ਡਰ ਮੈਨੂੰ ਸਤਾ ਰਿਹਾ ਹੈ। ਤੇ ਬਾਬਾ ਨਾਨਕ ਆਖਣ ਲੱਗੇ ਨਾ ਤੇਰਾ ਬੂੜਾ ਹੈ ਪਰ ਗੱਲਾਂ ਤੂੰ ਬੁੱਢਿਆਂ ਵਰਗੀਆਂ ਕਰਦਾ ਹੈ, ਬਜ਼ੁਰਗੀ ਵਾਲੀਆਂ ਕਰਦਾ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਬਾਣੀ ਦੇ ਵਿੱਚ ਇੱਕ ਬੜੀ ਖੂਬਸੂਰਤੀ ਹੈ ਕਿ ਉਹਨਾਂ ਨੇ 2-3 ਐਗਜ਼ਾਮਪਲਾਂ ਦੇ ਕੇ ਫਿਰ ਆਪਣੀ ਗੱਲ ਨੂੰ ਸਾਹਮਣੇ ਰੱਖਿਆ। ਭਾਈ ਗੁਰਦਾਸ ਜੀ ਆਖਦੇ ਨੇ ਕਿ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਹੀਰਾ ਹੱਥ ਦੇ ਬੜਾ ਛੋਟਾ ਜਿਹਾ ਨਜ਼ਰ ਆਉਂਦਾ ਹੈ, ਉਹਦਾ ਕੋਈ ਵੇਟ ਵੀ ਨਹੀਂ ਹੈ, ਬਹੁਤ ਵੱਡਾ ਆਕਾਰ ਵੀ ਨਹੀਂ ਹੈ, ਪਰ ਜਦੋਂ ਹੀਰੇ ਦੀ ਕੀਮਤ ਲੱਗਦੀ ਹੈ ਨਾ ਤੇ ਘਰ ਭਰ ਜਾਂਦੇ ਨੇ, ਕਿਉਂਕਿ ਹੀਰਾ ਬੇਸ਼ੱਕ ਕੀਮਤੀ ਹੈ। ਭਾਈ ਸਾਹਿਬ ਆਖਦੇ ਨੇ ਕਿ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਦੇ ਹੁੰਡੀ ਲਾਗਤ ਨਾ ਭਾਰ, ਕਛ ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ। ਜਦੋਂ ਕਿਸਾਨ ਜ਼ਿਮੀਂਦਾਰਾ ਕਰਕੇ ਜਦੋਂ ਅਨਾਜ ਆਦਿਕ ਪੈਦਾ ਕਰਦੇ ਨੇ ਤੇ ਉਹ ਮੰਡੀ ਤੇ ਜਾਂਦੇ ਨੇ, ਮੰਡੀ ਤੇ ਜਾ ਕੇ ਆਪਣਾ ਸਾਰਾ ਅਨਾਜ ਵੇਚਦੇ ਨੇ ਤੇ ਜੋ ਸ਼ਾਹੂਕਾਰ ਹੈ ਇੱਕ ਛੋਟੇ ਜਿਹੇ ਕਾਗਜ਼ ਦੇ ਉੱਪਰ ਲਿਖ ਦਿੰਦਾ ਹੈ ਭਈ ਇਹਨਾਂ ਦਾ ਇਤਨਾ ਕੁਇੰਟਲ ਅਨਾਜ ਹੈ, ਇਸ ਦੇ ਬਦਲੇ ਇਤਨਾ ਇਹਨਾਂ ਨੂੰ ਪੈਸਾ ਦਿੱਤਾ ਜਾਏ। ਉਸ ਕਾਗਜ਼ ਦਾ ਵੇਟ ਨਹੀਂ ਹੈ, ਪਰ ਜਦੋਂ ਉਸ ਕਾਗਜ਼ ਨੂੰ ਅੱਜ ਦੇ ਟਾਈਮ ਦੇ ਅੰਦਰ ਮੈਂ ਕਹਿ ਦੇਵਾਂ ਕਿ ਕੋਈ ਚੈੱਕ ਸਾਈਨ ਕਰਕੇ ਦੇ ਦੇ ਤੇ ਬੈਂਕ ਦੇ ਪਹੁੰਚ ਕੇ ਉਸ ਪੈਸੇ ਜਦੋਂ ਲੈ ਕੇ ਆਉਂਦੇ ਆ ਤੇ ਪੈਸਿਆਂ ਦੇ ਅੰਬਾਰ ਲੱਗ ਜਾਂਦੇ ਨੇ, ਕਈ ਲੱਖਾਂ ਦੇ ਵਿੱਚ ਮਨੁੱਖ ਪੈਸੇ ਲੈ ਕੇ ਆਉਂਦਾ ਹੈ। ਭਾਈ ਗੁਰਦਾਸ ਜੀ ਆਖਦੇ ਨੇ ਕਿ ਜੈਸੇ ਬਰ ਬਾਂਦੇ ਹੁੰਡੀ ਪਾਇਤ ਨਾ ਭਾਰ, ਕਛ ਆਗੇ ਜਾਏ ਪਾਈਏ ਲక్ష్ਮੀ ਅਪਾਰ ਜੀ। ਪਰ ਉਸ ਚੈੱਕ ਰਾਹੀਂ ਉਸ ਹੁੰਡੀ ਰਾਹੀਂ ਪੈਸਿਆਂ ਦੇ ਅੰਬਾਰ ਲੱਗ ਜਾਂਦੇ ਨੇ। ਅਖੀਰ ਦੇ ਉਹ ਆਖਦੇ ਨੇ ਕਿ ਜੈਸੇ ਬੱਟ ਬੀਚ ਅਤ ਸੂਖਮ ਸਰੂਪ ਹੋਤ। ਉਹ ਬੜ ਦੇ ਦਰਖਤ ਦੀ ਗੱਲ ਕਰਦੇ ਨੇ, ਕਹਿੰਦਾ ਕਿ ਬੀਜ ਬੜਾ ਛੋਟਾ ਜਿਹਾ ਹੈ, ਪਰ ਧਰਤੀ ਦੇ ਹਿੱਕ ਤੇ ਜਦੋਂ ਬੋਇਆ ਜਾਂਦਾ ਨਾ ਤੇ ਉਸ ਦੇ ਚੋਂ ਬਹੁਤ ਵੱਡਾ ਪੇੜ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਆਖਦੇ ਨੇ ਕਿ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਣੀਐ, ਮਹਾਤਮ ਗਏ ਹਰਦੁਆਰ ਜੀ। ਇਸੇ ਤਰ੍ਹਾਂ ਗੁਰੂ ਦੇ ਬਚਨ ਗੁਰੂ ਦੀ ਸ਼ਰਨ ਜਾ ਕੇ ਪਤਾ ਲੱਗਦਾ ਹੈ ਕਿ ਗੁਰੂ ਦੇ ਬਚਨਾਂ ਦੇ ਕਿਤਨੀ ਅਜ਼ਮਤ ਹੈ। ਤੇ ਬਾਲਾ ਪ੍ਰੀਤਮ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਜੋਤ ਜਿਹੜੀ ਹੈ ਉਹ ਵਿਚਰ ਰਹੀ ਹੈ। ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ 5 ਸਾਲ ਦੀ ਉਮਰ ਦੇ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ। ਔਰ ਸਾਧ ਸੰਗਤ ਦੂਸਰੇ ਪਾਸੇ ਸ਼ਾਹਜਹਾਂ ਦਾ ਪੁੱਤਰ ਔਰੰਗਜ਼ੇਬ ਜੋ ਚਾਹੁੰਦਾ ਸੀ ਕਿ ਕੇਵਲ ਇਸਲਾਮ ਦਾ ਬੋਲਬਾਲਾ ਰਹੇ, ਦਾਰਾ ਸ਼ਿਕੋ ਨੂੰ ਮਾਰਨ ਦਾ ਯਤਨ ਕਰਦਾ ਹੈ। ਮੈਂ ਪਿਛਲੇ ਦੀਵਾਨਾਂ ਦੇ ਵਿੱਚ ਹੀ ਅਰਜ਼ ਕੀਤੀ ਹੈ ਕਿ ਦਾਰਾ ਸ਼ਿਕੋ ਜਿਹਨੂੰ ਮੁੱਛ ਦੀ ਵਾਲ ਖਵਾ ਦਿੱਤਾ ਗਿਆ, ਬਚਣ ਦੀ ਕੋਈ ਉਮੀਦ ਨਹੀਂ। ਦਿੱਲੀ ਦੇ ਤਖਤ ਦਾ ਬਾਦਸ਼ਾਹ ਸ਼ਾਹਜਹਾਂ ਜੋ ਲਾਲ ਕਿਲੇ ਨੂੰ ਬਣਾਉਣ ਵਾਲਾ, ਤਾਜ ਮਹਿਲ ਆਗਰੇ ਨੂੰ ਬਣਾਉਣ ਵਾਲਾ, ਆਪਣੇ ਬੱਚੇ ਨੂੰ ਨਾ ਬਚਾ ਸਕਿਆ ਤੇ ਸਤਿਗੁਰੂ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ 'ਚ ਜਾ ਕੇ ਉੱਥੋਂ ਦਵਾਈ ਲੈ ਕੇ ਆਪਣੇ ਬੱਚੇ ਦਾ ਇਲਾਜ ਕਰਦਾ ਹੈ। ਦਾਰਾ ਸ਼ਿਕੋ ਠੀਕ ਹੋਇਆ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਜਾ ਕੇ ਦਾਰਾ ਸ਼ਿਕੋ ਨੇ ਪਨਾਹ ਲਈ, ਕਿਉਂਕਿ ਗੁਰਦੇਵ ਪਾਤਸ਼ਾਹ ਕੋਲ 2200 ਘੁੜ ਸਵਾਰ ਸਨ।
ਔਰ ਸਾਧ ਸੰਗਤ ਅਸੀਂ ਕਈ ਵਾਰੀ ਇਹ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਜੰਗਾਂ ਨਹੀਂ ਹੋਈਆਂ, ਪਰ ਔਰੰਗਜ਼ੇਬ ਨੇ ਆਪਣੇ ਵੱਲੋਂ 3 ਵਾਰ ਜਿਹੜੇ ਨੇ ਉਹ ਹਮਲੇ ਕਰਵਾਏ ਸਨ। ਪਹਿਲੀ ਵਾਰ ਦਿੱਲੀ ਤੋਂ ਜ਼ਾਲਮ ਖਾਂ ਭੇਜਿਆ ਗਿਆ, ਜੋ ਕੁਰੂਕਸ਼ੇਤਰ ਦੀ ਧਰਤੀ ਪਰ ਪਹੁੰਚਿਆ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਉੱਥੇ ਜਾ ਕੇ ਹਿਰਨ ਦਾ ਸ਼ਿਕਾਰ ਕੀਤਾ ਜ਼ਾਲਮ ਖਾਨ ਨੇ, ਔਰ ਹਿਰਨ ਦਾ ਸ਼ਿਕਾਰ ਕਰਕੇ ਜਦੋਂ ਖਾਧਾ ਨਾ ਤੇ ਕੱਚਾ ਹੋਣ ਕਰਕੇ ਇਹਨੂੰ ਪੇਚਿਸ ਹੋ ਗਿਆ, ਉਹ ਬਿਮਾਰ ਹੋ ਕੇ ਉੱਥੇ ਮਰ ਗਿਆ। ਫੌਜਾਂ ਵਾਪਸ ਆ ਗਈਆਂ। ਇਹ ਪਹਿਲਾ ਹਮਲਾ ਕੀਤਾ ਗਿਆ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਵਰ ਦਿੱਤਾ ਸੀ ਕਿ ਤੁਹਾਡੇ ਨਾਲ ਕੋਈ ਜੰਗ ਨਹੀਂ ਕੀਤੀ ਜਾਏਗੀ ਕਿਸੇ ਦੀ, ਆਪ ਪਰਮਾਤਮਾ ਤੁਹਾਡਾ ਮਦਦਗਾਰ ਬਣੇਗਾ। ਦੂਸਰੀ ਵਾਰੀ ਕਾਬਲ ਤੋਂ ਔਰੰਗਜ਼ੇਬ ਨੇ ਭੇਜਿਆ, ਜਿਹੜਾ ਜਰਨੈਲ ਸੀ ਉਹ ਰਸਤੇ ਵਿੱਚ ਆਉਂਦਿਆਂ ਆਖਰ ਜਰਨੈਲਾਂ ਦੀ ਲੜਾਈ ਹੋਈ, ਉਸ ਦੇ ਜਰਨੈਲ ਦਾ ਕਤਲ ਹੋ ਗਿਆ। ਫੌਜਾਂ ਫਿਰ ਵਾਪਸ ਚਲੀਆਂ ਗਈਆਂ। ਤੀਸਰੀ ਵਾਰ ਕੰਧਾਰ ਦਾ ਜਰਨੈਲ ਜਿਹਦਾ ਨਾਮ ਨਾਹਰ ਖਾਨ ਹੈ, ਨਾਹਰ ਖਾਨ ਚੜ੍ਹਾਈ ਕਰਕੇ ਆਇਆ ਤੇ ਰਸਤੇ ਦੇ ਅੰਦਰ ਪਲੇਗ ਦੀ ਬਿਮਾਰੀ ਫੈਲ ਗਈ। ਉਹਦੀਆਂ ਬਹੁਤ ਫੌਜਾਂ ਜਿਹੜੀਆਂ ਪਲੇਗ ਕਰਕੇ ਮਰ ਗਈਆਂ ਤੇ ਉਸ ਨੂੰ ਵਾਪਸ ਜਾਣਾ ਪਿਆ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀ ਕੋਈ ਜੰਗ ਨਹੀਂ ਹੋਈ। ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਨੂੰ ਬੰਦ ਕੀਤਾ ਜਾਏ। ਤੇ ਜਦੋਂ ਤਖਤ ਨਸ਼ੀਨ ਹੋਇਆ 1660 ਦੇ ਅੰਦਰ, ਤੇ ਉਹਨੇ ਫਿਰ ਇਹ ਪੈਗਾਮ ਭੇਜਿਆ, ਇਹ ਚਿੱਠੀ ਭੇਜੀ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿ ਤੁਸੀਂ ਆ ਕੇ ਕੁਝ ਸ਼ੰਕੇ ਨੇ, ਕੁਝ ਸ਼ਿਕਾਇਤਾਂ ਨੇ, ਉਹਨਾਂ ਦਾ ਜਵਾਬ ਦਿੱਤਾ ਜਾਏ। ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਰਾਮ ਰਾਏ ਜੀ ਨੂੰ ਭੇਜਿਆ। ਰਾਮ ਰਾਏ ਜੀ ਤਾਂ ਗੁਰੂ ਦਾ ਦਾਮਨ ਪਕੜ ਕੇ ਭਰੇ ਦੀਵਾਨ ਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ। ਪਰ ਜਦੋਂ ਇਹ ਗੱਲ ਆਈ ਕਿ ਮਿੱਟੀ ਮੁਸਲਮਾਨ ਕੀ ਪੇੜੈ ਪੇ ਘੁਮਿਆਰ, ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਤੇ ਉਸ ਵੇਲੇ ਬਾਬਾ ਰਾਮ ਰਾਏ ਥਿੜਕ ਗਏ। ਚਾਹੁੰਦੇ ਤੇ ਉਹਨਾਂ ਪੰਕਤੀਆਂ ਦਾ ਜਵਾਬ ਦੇ ਕੇ ਔਰੰਗਜ਼ੇਬ ਦੀ ਤਸੱਲੀ ਕਰਵਾ ਦਿੰਦੇ, ਪਰ ਰਾਮ ਰਾਏ ਆਪਣੀ ਖੁਸ਼ਾਮਦ ਹੁੰਦਿਆਂ ਦੇਖ ਕੇ, ਕਿਉਂਕਿ ਬੜਾ ਮਾਣ ਇੱਜ਼ਤ ਮਿਲਿਆ ਉਹਨਾਂ ਨੂੰ, ਔਰ ਔਰੰਗਜ਼ੇਬ ਦੀਆਂ ਨਜ਼ਰਾਂ ਦੇ ਵਿੱਚ 72 ਕਰਾਮਾਤਾਂ, ਜਿੱਥੇ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿਬ ਹੈ, ਇੱਥੇ 72 ਕਰਾਮਾਤਾਂ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ ਕਿ ਕਰਾਮਾਤਾਂ ਕਰਕੇ ਦਿਖਾਈਆਂ। ਔਰੰਗਜ਼ੇਬ ਬੜਾ ਖੁਸ਼ ਸੀ ਉਹਨਾਂ ਕੋਲੋਂ। ਪਰ ਜਦੋਂ ਬਾਣੀ ਦੀ ਪੰਕਤੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀਤਾ, ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਕਿ ਰਾਮ ਰਾਏ ਨੂੰ ਕਹੋ ਜਿੱਧਰ ਮੁਖ ਹੈ ਉਧਰ ਚਲਾ ਜਾਏ, ਅੱਜ ਤੋਂ ਬਾਅਦ ਸਾਡੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਸਾਧ ਸੰਗਤ ਬੜਾ ਔਖਾ ਹੈ। ਬੱਚੇ ਘਰ ਦੇ ਗਲਤੀਆਂ ਕਰਨਾ ਅਸੀਂ ਮਾਫ ਕਰ ਦਿੰਦੇ ਹਾਂ, ਪਰ ਸਤਿਗੁਰੂ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਨੇ ਇੱਕ ਬਾਣੀ ਦੀ ਪੰਕਤੀ ਬਦਲੀ ਸੀ ਤੇ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ। ਰਾਮ ਰਾਏ ਜੀ ਸਾਰਾ ਜੀਵਨ ਗੁਰੂ ਪਾਤਸ਼ਾਹ ਦੇ ਮੁਖ ਨਹੀਂ ਸਨ ਲੱਗੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਲਈ ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਇਹ ਆਖਦੇ ਨੇ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜੀ ਡਿਠੈ ਸਭ ਦੁੱਖ ਜਾਏ। ਗੁਰਦੇਵ ਪਾਤਸ਼ਾਹ ਕੇਵਲ ਅੰਦਰ ਦੇ ਦੁੱਖਾਂ ਨੂੰ, ਅੰਦਰ ਦੇ ਰੋਗਾਂ ਨੂੰ ਕੱਟਣ ਵਾਲੇ ਨੇ, ਬਾਹਰ ਸੰਸਾਰ ਦੇ ਅੰਦਰ ਜੋ ਕੋੜ ਹੈ ਉਹਨਾਂ ਨੂੰ ਵੀ ਕੱਟਣ ਵਾਲੇ ਨੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਦੀ ਧਰਤੀ ਪਰ ਬਿਰਾਜਮਾਨ ਨੇ। ਜਦੋਂ ਰੋਪੜ ਦਾ ਰਹਿਣ ਵਾਲਾ ਸ਼ਾਹੂਕਾਰ, ਜਿਹਦਾ ਨਾਮ ਰਾਜਾ ਰਾਮ ਨਾਮ ਦਾ ਸ਼ਾਹੂਕਾਰ ਹੈ, ਉਹ ਆਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਦਰਵਾਜ਼ੇ ਬੰਦ ਕਰ ਦਿਓ। ਸਿੱਖ ਆਖਣਗੇ ਗੁਰਦੇਵ ਪਾਤਸ਼ਾਹ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਤੇ ਦਰਵਾਜ਼ੇ ਖੁੱਲੇ ਰਹਿੰਦੇ ਨੇ, ਤੁਸੀਂ ਦਰਵਾਜ਼ੇ ਬੰਦ ਕਰਨ ਲਈ ਕਹਿ ਰਹੇ ਹੋ। ਮਹਾਰਾਜ ਕਹਿਣ ਲੱਗੇ ਜੋ ਸ਼ਾਹੂਕਾਰ ਆ ਰਹੇ ਹੈ ਅਸੀਂ ਇਸ ਨੂੰ ਦਰਸ਼ਨ ਨਹੀਂ ਦੇਣੇ। ਸ਼ਾਹੂਕਾਰ ਦਰਵਾਜ਼ੇ ਤੱਕ ਆਇਆ, ਮਹਾਰਾਜ ਨੇ ਦਰਵਾਜ਼ੇ ਬੰਦ ਕਰਤੇ। ਬੇਨਤੀ ਕਰਨ ਲੱਗਾ ਸਤਿਗੁਰੂ ਪਾਤਸ਼ਾਹ ਮੇਰਾ ਗੁਨਾਹ ਕੀ ਹੈ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਆਖਣ ਲੱਗੇ ਇਹ ਸ਼ਾਹੂਕਾਰ ਇਹ ਪਾਪ ਕਰਦਾ ਹੈ ਕਿ ਜੰਮਦੀਆਂ ਹੋਈਆਂ ਬੱਚੀਆਂ ਦਾ ਗਲਾ ਘੋਟ ਕੇ ਮਾਰ ਦਿੰਦਾ ਹੈ। ਕਿਉਂਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ। ਜਦੋਂ ਇਸਤਰੀ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਪਸ਼ੂ, ਸ਼ੂਦਰ ਔਰ ਨਾਰੀ
ये मनु स्मृति ग्रंथ के वचन ने कि पशु शूदर और नारी ये सब ताड़न के अधिकारी। पशु शूदर निम्न जात और नारी नूं कोई ना संसार दे विच ना ही धर्म दे विच कोई अधिकार नहीं है। इन्हां नूं ये पशुआं दे तुल ने। ते बाबे नानक ने कहा सी कि सो क्यों मंदा आखी है जित जम्मे राजान। जिहड़ी राजे महाराजियां नूं पीरां पैगंबरां नूं जन्म देण वाली है उन्होंने माड़ा क्यों कहते हो। गुरु अंगद देव सच्चे पातशाह महाराज ने सारा लंगर का प्रबंध माता खीवी जी के हिस्से लाया सी। ते गुरु ग्रंथ साहब महाराज अंदर केवल गुरु पत्नी एको ने जिन्हां दा नाम गुरु ग्रंथ साहब अंदर है, वो है माता खीवी जी। माता खीवी नेक जन जिन बहुती छाओ पतराली लंगर दौलत वंडी है रस अमृत खीर घियाली। सारा लंगर का प्रबंध माता खीवी जी के हिस्से सी। धन गुरु अमरदास महाराज ने सती प्रथा के उपर रोक लगाया। जिन्हां इस्त्रियां दा पति संसार दे चों चढ़ाई कर जांदा सी जमदियां होइयां नूं, और जदों पति संसार तो चढ़ाई कर गया उन्हां नूं भी नाल चिखा दे विच चिण के जिंदियां संस्कार किया जांदा सी। सती प्रथा बंद करा के महाराज ने पुनर्विवाह सरकारी तौर के उपर औरंगजेब खिमा करना अकबर दे नाल मिल के इनू सरकारी तौर के उपर इहदे पर मोहर लगाई सी। ये गुरु नानक सच्चे पातशाह का घर है। सतगुरु गुरु हरकृष्ण साहब सच्चे पातशाह जानी जान सतगुरु आखन लगे ये जमदियां हुई बच्चियां दा गला घोट के मार देंदा है। अज भ्रूण हत्या की बड़ी गल की जाती है, पर पुराने समय अंदर बच्ची नूं एक भांडे दे विच दुध पा के उन्होंने डुबो के मार दिता जाता सी जां गला घोट के मार दिता जाता सी। और इतिहास साड़ी रहत मर्यादा दे विच ये बचन ने कि कुड़ी मार नड़ी मार दे नाल सिख ने कोई संबंध नहीं रखना। ये रहत मर्यादा का हिस्सा है। राजा राम ने माफ़ी मंगी और इस कोड़ के उपर ये बेनती की कि पातशाह इस संसार दे चों कोड़ जिहड़ा मिट जाए मैनू माफ़ कर दिओ। सतगुरु धन गुरु हरकृष्ण साहब महाराज ने तां जाके राजा राम नूं दर्शन की दिते जदों उन्हें ये इकरार किया, ये बेनती की कि महाराज अगों वास्ते ये पाप मैं नहीं करांगा। महाराज ने संसार दे चों एक कोड़ जो सी इसनूं दूर किया। सतगुरु महाराज कीरतपुर की धरती के उपर ने जदों जसवंत राय नाम का एक सेवक, मैं सेवक शब्द वरत रहा वैसे चोर सी, वो संगत दे जाके समान चुक लैंदा सी, संगतां दे पैसे चुक लैंदा सी। गुरु हरकृष्ण सच्चे पातशाह महाराज जानी जान सतगुरु महाराज ने दीवान दे फिर ये बचन किए। महाराज आखन के चोर की हामा भरे ना कोय, चोर किया चंगा क्यों होए। भाई गुरदास जी के बड़े प्यारे बचन ने, वो आखते ने कि जे बाहर अग लग जाए ना तो मनुख सरता दे विचों समुंदर दे विचों पानी कढ़ के बाहर दी अग बुझा सकता है, पर समुंदर दे अंदर ही नाव नूं जे अग लग जाए तो फिर किवें अग तो बचाव हो सकता है। बाहर दी अगन ते पानी दे नाल बुझाई जा सकती है, समुंदर दे च अग लग जाए तो उस समुंदर दी अग किवें बुझाई जाए। आखदे कि चोरां दी तराश करके मनुख किसी राजे की शरण जाए और राजे की शरण पिया हुई लुट लिया जाए तो उसकी फरियाद कौन सुनेगा। भाई गुरदास जी आखते हैं कि अपने बचा ले मनुख बाहर तो किसी किले दे जाके पनाह ले और किले दे विच जाके मनुख नूं लुट लिया जाए उदा बचाव किथे होएगा। अखीर दे आखदे ने कि जे कोई संगत च आके पनाह ले और संगत च आके अवगुणा राही जीव लुटिया जाए फिर उदी बचाव किथे होएगा। क्योंकि संगत च आके जो साडे अवगुण ने इन्हां अवगुणा तो गुरु दे शब्द राही साडे जीवन का बचाव होएगा। बाणी दे बड़े प्यारे बचन ने कि गुर दिखलाई मोरी। गुरु ने वो राह दस दिता जित मिर्ग पड़ते हैं चोरी। मिर्ग कहा जाता है पशुओं नूं। बाहर दे पशु आके साडे आत्मिक जीवन दी अंदर दी जो रूहानियत की पूंजी है ना उन्होंने लुटते सन। गुरु ने वो राह दस दिता, वो भावें अखां ने भावें मूँह है भावें कन ने,
ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਮੂੰਦ लिए ਦਰਵਾਜ਼ੇ, ਹੁਣ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਲਏ ਆ। ਹੁਣ ਅੱਖਾਂ ਗੁਰੂ ਅਨੁਸਾਰੀ ਹੋ ਗਈਆਂ, ਕੰਨ ਗੁਰੂ ਅਨੁਸਾਰੀ ਹੋ ਗਏ, ਜ਼ਬਾਨ ਗੁਰੂ ਅਨੁਸਾਰੀ ਹੋ ਗਈ। ਹੁਣ ਕੰਨਾਂ ਰਾਹੀਂ ਮਾਲਕ ਦਾ ਨਾਮ ਸੁਣਿਆ ਜਾਂਦਾ ਹੈ ਕਿ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਜ਼ਬਾਨ ਰਾਹੀਂ ਇਹ ਰਸਨਾ ਤੂੰ ਅਨਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਰ ਜੇ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣ ਗਾਏ ਜਾਣ, ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਦੂਰ ਹੋ ਜਾਣਗੇ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਜੇ ਅੱਖਾਂ ਦੇ ਰਾਹੀਂ ਤੈਨੂੰ ਸੋਝੀ ਆ ਜਾਏ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਗੁਰੂ ਨੇ ਮੋਰੀ ਦਿਖਲਾ ਦਿੱਤੀ ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ। ਹੁਣ ਹਿਰਦੇ ਦੇ ਪਰਮਾਤਮਾ ਦੇ ਨਾਮ ਦੇ ਬਾਜੇ ਵੱਜਣ ਲੱਗ ਪਏ। ਜਸਵੰਤ ਨੇ ਤੋਬਾ ਕੀਤੀ, ਮਹਾਰਾਜ ਦੀ ਸ਼ਰਨ ਪੈ ਗਿਆ ਤੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ ਸੱਜ ਗਏ ਆ। ਮਹਾਰਾਜ ਕੇਵਲ ਅੰਦਰ ਦੇ ਰੋਗਾਂ ਨੂੰ ਨਹੀਂ, ਬਾਹਰ ਦੇ ਰੋਗਾਂ ਨੂੰ ਵੀ ਕੱਟਣ ਵਾਲੇ ਨੇ। ਤਾਂ ਕਲਗੀਧਰ ਪਾਤਸ਼ਾਹ ਆਖਦੇ ਨੇ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਪਾਲਕੀ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਨੇ ਤੇ ਸ਼ੰਕਾਵਾਦੀ ਸਨ। ਤਕਰੀਬਨ 6 ਸਾਲ ਦੀ ਉਮਰ ਹੋਏਗੀ ਮਹਾਰਾਜ ਦੀ। ਰਸਤੇ ਦੇ ਵਿੱਚ ਇੱਕ ਕੋੜੀ ਖੜਾ ਕਰ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋਤ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਤੇ ਦੀਪਾਲਪੁਰ ਦੀ ਧਰਤੀ ਉੱਪਰ ਨੁਰੰਗੇ ਨਾਮ ਦੇ ਕੋੜੀ ਦਾ ਉਧਾਰ ਕਰਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋਤ ਅਮਰਦਾਸ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਵਿਚਰੀ ਤੇ ਮਹਾਰਾਜ ਨੇ ਗੋਬਿੰਦਵਾਲ ਦੀ ਧਰਤੀ ਉੱਪਰ ਪ੍ਰੇਮੇ ਨਾਮ ਦੇ ਕੋੜੀ ਦਾ ਕੋੜ ਕਟਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੇ ਜੋਤ ਨੇ ਤੇ ਇਸ ਕੋੜੀ ਦਾ ਵੀ ਕੋੜ ਕਟਣ ਤੇ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲੋਂ ਇੱਕ ਰੁਮਾਲ ਦਿੱਤਾ, ਇੱਕ ਔਸ਼ਧੀ ਦਿੱਤੀ। ਕਿਉਂਕਿ ਗੁਰਦੇਵ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਇੱਕ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ, ਉਹ ਆਖਦੇ ਹੈ ਕਿ ਜੋ ਬਾਤ ਦੁਆ ਸੇ ਬਨ ਨਾ ਸਕੇ ਸੋ ਬਾਤ दुआ से होती है, जब मुर्शद पूरा मिलता है तब बात खुदा से होती है। ओखद आए रास विच आप खलोया कि ओखद भी दवाइयां भी तां लगदियां ने जदों परमात्मा आप विच खड़ा हो जाए। ते धन गुरु हरकृष्ण सच्चे पातशाह महाराज की रहमत नाल उस कोड़ी का कोड़ कटिया गया। मैं संखेप अर्ज करा, सतगुरु गुरु हरकृष्ण सच्चे पातशाह महाराज गुरता गद्दी पर बिराजमान ने ते राम राय जी रात दिन औरंगजेब नूं तरले करते ने। गुरु हर राय सच्चे पातशाह महाराज ने गुरु हरकृष्ण सच्चे पातशाह नूं एक बेनती की सी। आखन लगे ना मलेच्छ को दर्शन दे हैं ना मलेच्छ के दर्शन ले हैं, कि औरंगजेब के नां ते तुसी दर्शन करने ने और ना ही उन्होंने दर्शन देने ने। जे दिल्ली जाण दा मौका आ भी बने तां भी औरंगजेब दे मत्थे नहीं लगना। राम राय रोज तरले करदा है कि धन गुरु हरकृष्ण सच्चे पातशाह महाराज बेमोहताज ने। औरंगजेब ने अपना सेवक भेजिया, महाराज ने मना कर दिता। पर जदों मिर्जा राजा जय सिंह वो बेनती लैके पहुँचे आ ते सिख संगतां दे दर्शनां लई बाला प्रीतम धन गुरु हरकृष्ण साहब महाराज दिल्ली की धरती पर पहुँचने लिए तैयार होए ना, ते पंजोखरे की धरती पर बहुत बड़ा इकट्ठ होया। पंडित लाल चंद के मन के विच ये शंका वो आखन लगा कि नाम रखाया होया कि श्री हरकृष्ण साहिब ते कृष्ण जी ने गीता उचारण की है और नाल ही वो धरती है जिन्होंने कुरुक्षेत्र किया जाता है। कुरुक्षेत्र की धरती पर गीता उचारण की है कृष्ण जी ने। ये गीता ते नहीं उचारण कर सकते जिन्होंने भगवत गीता प्यार नाल कहंदे ने। गीता के श्लोक ही पढ़ के उन्होंने अर्थ कर देन। धन गुरु हरकृष्ण सच्चे पातशाह महाराज जानते सन कि पंडित लाल चंद के अंदर हंकार है, क्योंकि साध संगत ये हंकार ऐसी चीज़ है कि मनुख के कोल जो थोड़ा जा ज्ञान होए ना
ਉਹ ਬਹੁਤੀਆਂ ਗੱਲਾਂ ਕਰਦਾ ਹੈ। ਸੋਹਣ ਸਿੰਘ ਜੀ ਸੀਤਲ ਇੱਕ ਬੜਾ ਪਿਆਰਾ ਬਚਨ ਲਿਖਦੇ ਨੇ, ਆਖਦੇ ਨੇ ਕਿ ਜਦੋਂ ਮੈਂ 4 ਕਿਤਾਬਾਂ ਪੜ੍ਹੀਆਂ ਨਾ, ਮੈਂ ਸੋਚਿਆ ਮੈਂ ਬਹੁਤ ਕੁਝ ਜਾਣਦਾ ਹਾਂ, ਪਰ ਜਦੋਂ ਬਹੁਤ ਕੁਝ ਪੜ੍ਹ ਲਿਆ ਤੇ ਪੜ੍ਹ ਕੇ ਇਹ ਜਾਣਿਆ ਅਜੇ ਮੈਂ ਕੁਝ ਜਾਣਿਆ ਹੀ ਨਹੀਂ। ਮਨੁੱਖ 4 ਅੱਖਰ ਜਾਣਨ ਲੱਗ ਜਾਏ ਤੇ ਉਹ ਆਖਦਾ ਹੈ ਕਿ ਮੈਂ ਬਹੁਤ ਕੁਝ ਜਾਣਦਾ ਹਾਂ। ਲਾਲ ਚੰਦ ਦੇ ਮਨ ਵਿੱਚ ਵੀ ਹੰਕਾਰ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ 52 ਕਵੀ ਸਨ ਤੇ 52 ਕਵੀਆਂ ਦੇ ਵਿੱਚੋਂ ਇੱਕ ਕਵੀ ਜਿਹਦਾ ਨਾਮ ਚੰਦਨ ਕਵੀ ਹੈ। ਚੰਦਨ ਕਵੀ ਨੂੰ ਵੀ ਹੰਕਾਰ ਹੋ ਗਿਆ ਭਾਈ ਮੈਂ ਬਹੁਤ ਵਿਦਵਾਨ ਹਾਂ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੋ ਦੁੱਖਾਂ ਨੂੰ ਕੱਟਣ ਵਾਲੇ ਨੇ, ਉਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੰਦਨ ਕਵੀ ਦਾ ਹੰਕਾਰ ਤੋੜਨ ਲਈ ਮਹਾਰਾਜ ਕਹਿਣ ਲੱਗੇ ਜੋ ਘੋੜਿਆਂ ਦੀ ਸੇਵਾ ਕਰ ਰਿਹਾ ਹੈ, ਤਬੇਲੇ ਦੀ ਸੇਵਾ ਕਰ ਰਿਹਾ, ਘੋੜਿਆਂ ਦੀ ਲਿੱਦ ਚੁੱਕਣ ਵਾਲਾ ਭਾਈ ਧੰਨਾ ਜੀ, ਉਹਨਾਂ ਨੂੰ ਬੁਲਾ ਕੇ ਲੈ ਆਓ। ਤੇ ਭਾਈ ਧੰਨਾ ਜੀ ਕੋਲੋਂ ਚੰਦਨ ਕਵੀ ਦੀ ਉਸ ਕਵਿਤਾ ਦੇ ਅਰਥ ਕਰਾ ਕੇ ਚੰਦਨ ਕਵੀ ਦਾ ਹੰਕਾਰ ਤੋੜਤਾ, ਕਿਉਂਕਿ ਗੁਰੂ ਕੇਵਲ ਅੰਦਰ ਦੇ ਰੋਗ ਨਹੀਂ ਬਾਹਰ ਦੇ ਰੋਗਾਂ ਨੂੰ ਵੀ ਕੱਟਣ ਵਾਲਾ ਹੈ ਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਓਖਦ ਮੁਖ ਦੇਵੇ ਕਾਟੈ ਜਮ ਕੀ ਫੰਦਾ। ਗੁਰੂ ਬਾਹਰ ਦੇ ਰੋਗਾਂ ਨੂੰ ਵੀ ਕੱਟਣ ਵਾਲਾ ਹੈ। ਲਾਲ ਚੰਦ ਦੇ ਮਨ ਦੇ ਅੰਦਰ ਹੰਕਾਰ ਤੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣਗੇ ਲਾਲ ਚੰਦ ਜੀ ਤੁਸੀਂ ਕੋਈ ਵੀ ਜੀਵ ਲੈ ਕੇ ਆਓ, ਕਿਉਂਕਿ ਤੁਹਾਡੇ ਮਨ ਦੇ ਫਿਰ ਸ਼ੰਕਾ ਬਣਿਆ ਰਹੇਗਾ ਕਿ ਗੁਰੂ ਘਰ ਦੇ ਸਾਹਿਬਜ਼ਾਦੇ ਨੇ ਕਿਧਰੇ ਅਰਥ ਸੁਣ ਲਏ ਹੋਣੇ। ਲਾਲ ਚੰਦ ਬੜਾ ਸਿਆਣਾ ਸੀ, ਉਹ ਐਸੇ ਜੀਵ ਨੂੰ ਲੈ ਕੇ ਆਇਆ ਜਿਹਦਾ ਨਾਮ ਛੱਜੂ ਝੀਵਰ ਹੈ। ਤੇ ਇਤਿਹਾਸਕਾਰ ਕਹਿੰਦੇ ਨੇ ਕਿ ਉਹ ਨਾ ਤੇ ਬੋਲ ਸਕਦਾ ਹੈ ਔਰ ਨਾ ਸੁਣ ਸਕਦਾ ਹੈ। ਇੱਕ ਜੀਵਨ ਦੀ ਸੱਚਾਈ ਹੈ ਕਿ ਜਿਸ ਨੇ ਕਦੇ ਕੁਝ ਸੁਣਿਆ ਨਾ ਹੋਏ ਨਾ ਉਹ ਕਦੇ ਬੋਲ ਵੀ ਨਹੀਂ ਸਕਦਾ। ਇੱਕ ਬੱਚੇ ਨੂੰ ਇਕਾਂਤ ਦੇ ਕਮਰੇ ਦੇ ਵਿੱਚ ਰੱਖਿਆ ਜਾਏ, ਉਹਦੇ ਕੰਨਾਂ ਦੇ ਕਦੇ ਆਵਾਜ਼ ਨਾ ਪਏ, ਭਾਵੇਂ ਉਹ ਜਵਾਨੀ ਹੰਢਾ ਜਾਏ, ਉਹ ਕਦੇ ਬੋਲ ਨਹੀਂ ਸਕੇਗਾ, ਕਿਉਂਕਿ ਕਦੇ ਸੁਣਿਆ ਹੀ ਨਹੀਂ। ਤਾਂ ਹੀ ਅਸੀਂ ਬੱਚਿਆਂ ਨੂੰ ਬਾਰ-ਬਾਰ ਕੁਝ ਬੁਲਵਾਉਂਦੇ ਹਾਂ ਤੇ ਬੱਚਾ ਬੋਲਦਾ ਹੈ। ਔਰ ਇਤਿਹਾਸਕਾਰ ਇੱਥੋਂ ਤੱਕ ਆਖਦੇ ਨੇ ਕਿਉਂਕਿ ਛੱਜੂ ਝੀਵਰ ਸ਼ੂਦਰ ਸੀ ਔਰ ਉਸ ਵੇਲੇ ਵਰਣ ਵੰਡ ਅਨੁਸਾਰ ਨੀਵੀਂ ਜਾਤੀ ਦੇ ਲੋਕਾਂ ਨੂੰ ਨਾ ਤੇ ਧਰਮ ਸਥਾਨਾਂ ਦੇ ਉੱਪਰ ਜਾਣ ਦੀ ਹੀ ਪਰਮਿਸ਼ਨ ਸੀ ਔਰ ਨਾ ਹੀ ਧਰਮ ਗ੍ਰੰਥ ਪੜ੍ਹਨ ਦੀ ਉਹਨਾਂ ਨੂੰ ਪਰਮਿਸ਼ਨ ਸੀ। ਕਬੀਰ ਸਾਹਿਬ ਆਖਦੇ ਨੇ ਕਿ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋਂ ਤੇ ਪਿੰਗੁਲ ਪਿਆ ਮਾਰਿਆ ਸਤਿਗੁਰ ਬਾਣ। ਸਤਿਗੁਰ ਨੇ ਐਸਾ ਸ਼ਬਦ ਦਾ ਤੀਰ ਮਾਰਿਆ ਕਿ ਜਿਸ ਛੱਜੂ ਝੀਵਰ ਨੂੰ ਤਿਆਰ ਕਰਕੇ ਲੈ ਕੇ ਆਏ ਸਨ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਕੋਲ ਬਿਠਾਇਆ। ਆਪਣੇ ਕੋਲ ਬਿਠਾ ਕੇ ਛੜੀ ਰੱਖੀ ਤੇ ਆਖਣ ਲੱਗੇ ਲਾਲ ਚੰਦ ਜੀ ਤੁਸੀਂ ਸ਼ਲੋਕ ਉਚਾਰਨ ਕਰੋ। ਲਾਲ ਚੰਦ ਨੇ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ ਤੇ ਛੱਜੂ ਝੀਵਰ ਜੀ ਉਹਨਾਂ ਦੇ ਐਸੇ ਅਰਥ ਕੀਤੇ ਕਿ ਲਾਲ ਚੰਦ ਵਿਦਵਾਨ ਸੀ, ਕੋਈ ਸ਼ੱਕ ਨਹੀਂ ਹੈ। ਉਸ ਵਿੱਚ ਅਰਥ ਸੁਣ ਕੇ ਲਾਲ ਚੰਦ ਤਸੱਲੀ ਹੋ ਗਈ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ। ਹੁਣ ਇਨਕਲਾਬ ਹੋਏਗਾ ਸਾਧ ਸੰਗਤ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੱਥਾ ਟੇਕਣ ਵਾਲਿਆਂ ਦੀ ਤੇ ਬਹੁਤ ਵੱਡੀ ਕਨਾਤ ਹੈ। ਬਹੁਤ ਲੋਕੀ ਨੇ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ। ਮਹਾਰਾਜ ਕਹਿਣ ਲੱਗੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕੇ ਲਾਲ ਚੰਦ ਜੋ ਪੰਡਤ ਹੈ ਔਰ ਵਿਦਵਾਨ ਵੀ ਹੈ, ਆਖਣ ਲੱਗੇ ਮੇਰੇ ਚਰਨਾਂ ਦੇ ਵਿੱਚ ਨਹੀਂ ਛੱਜੂ ਝੀਵਰ ਦੇ ਚਰਨਾਂ ਦੇ ਵਿੱਚ ਤੁਸੀਂ ਮੱਥਾ ਟੇਕੋ, ਕਿਉਂਕਿ ਛੱਜੂ ਝੀਵਰ ਨੇ ਸ਼ਲੋਕਾਂ ਦੇ ਅਰਥ ਕੀਤੇ ਨੇ। ਤੇ ਲਾਲ ਚੰਦ ਨੇ ਆਪਣਾ ਹੰਕਾਰ ਪਾਸੇ ਕਰਕੇ ਛੱਜੂ ਝੀਵਰ ਦੇ ਚਰਨਾਂ ਦੇ ਮੱਥਾ ਟੇਕ ਦਿੱਤਾ, ਜਿਹਨੂੰ ਲੋਕੀ ਆਖਦੇ ਸਨ ਇਹ ਨੀਵੀਂ ਜਾਤ ਦਾ ਹੈ, ਇਹ ਸ਼ੂਦਰ ਹੈ। ਮਹਾਰਾਜ ਬਾਹਰ ਦੇ ਨਹੀਂ ਅੰਦਰ ਦੇ ਵੀ ਦੁੱਖਾਂ ਨੂੰ ਕੱਟਣ ਵਾਲੇ ਨੇ। ਗੁਰ ਕਲਗੀਧਰ ਆਖਦੇ ਨੇ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜੇ ਡਿਠੈ ਸਭ ਦੁੱਖ ਜਾਏ। ਲਾਲ ਚੰਦ ਸਿੰਘ ਸਜਿਆ ਔਰ ਚਮਕੌਰ ਦੀ ਜੰਗ ਦੇ ਅੰਦਰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਛੱਜੂ ਝੀਵਰ ਦੇ ਪਰਿਵਾਰ ਦੇ ਵਿੱਚੋਂ 5 ਪਿਆਰਿਆਂ ਦੇ ਵਿੱਚੋਂ ਜੋ ਤੀਸਰੇ ਪਿਆਰੇ ਸਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਨ। ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਦੀ ਧਰਤੀ ਪਰ ਪਹੁੰਚਦੇ ਨੇ। ਕਿਵੇਂ ਮਿਰਜ਼ਾ ਰਾਜਾ ਜੈ ਸਿੰਘ ਔਰ ਦੀ ਘਰਵਾਲੀ ਪਰਖ ਕਰਦੀ ਹੈ, ਸਤਿਗੁਰੂ ਮਹਾਰਾਜ ਨੇ
ਰਾਣੀ ਨੂੰ ਆਖਿਆ ਕਿ ਰੱਬ ਦੀਆਂ ਇਤਨੀਆਂ ਅਨਾਇਤਾਂ ਨੇ, ਰੱਬ ਦੀਆਂ ਇਤਨੀਆਂ ਬਖਸ਼ਿਸ਼ਾਂ ਨੇ, ਰੱਬ ਦਾ ਸ਼ੁਕਰਾਨਾ ਕਰਿਆ ਕਰੋ। ਇਹ ਨਹੀਂ ਕਿ ਗੋਲੀਆਂ ਵਾਲੇ ਬਸਤਰ ਧਾਰਨ ਕਰਕੇ ਗੁਰੂ ਦੀ ਪ੍ਰੀਖਿਆ ਕੀਤੀ ਜਾਏ। ਇਹ ਗੱਲ ਕਰਕੇ ਮੈਂ ਸਮਾਪਤੀ ਕਰਾਂ, ਮੇਰਾ ਸਮਾਂ ਹੋ ਗਿਆ ਹੈ। ਔਰੰਗਜ਼ੇਬ 2.5 ਘੜੀ ਦਰਸ਼ਨਾਂ ਲਈ ਖੜਾ ਰਿਹਾ। ਹਾਲਾਂਕਿ ਬਹਾਦਰ ਸ਼ਾਹ ਨੂੰ ਮਹਾਰਾਜ ਨੇ ਦਰਸ਼ਨ ਦਿੱਤੇ ਨੇ ਬੰਗਲਾ ਸਾਹਿਬ ਦੀ ਧਰਤੀ ਉੱਪਰ, ਜੋ ਔਰੰਗਜ਼ੇਬ ਦਾ ਪੁੱਤਰ ਹੈ, ਪਰ ਸਤਿਗੁਰੂ ਮਹਾਰਾਜ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਮਹਾਰਾਜ ਦੇ ਬਚਨ ਸਨ ਕਿ ਨਾ ਮਲੇਛ ਕੋ ਦਰਸ਼ਨ ਦੇ ਹੈ, ਨਾ ਮਲੇਛ ਕੇ ਦਰਸ਼ਨ ਲੈ ਹੈ। 2.5 ਘੜੀਆਂ ਪਾਲਕੀ ਦੇ ਵਿੱਚ ਬੈਠ ਕੇ ਇੱਕ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਹ ਵਾਪਸ ਚਲਾ ਗਿਆ। ਇਤਿਹਾਸਕਾਰ ਇਹ ਆਖਦੇ ਨੇ ਕਿ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਔਰੰਗਜ਼ੇਬ ਨੂੰ ਜਦੋਂ ਗੁਰਦੇਵ ਪਾਤਸ਼ਾਹ ਨੇ ਜ਼ਫਰਨਾਮਾ ਭੇਜਿਆ, ਉਸ ਜ਼ਫਰਨਾਮੇ ਦੇ ਵਿੱਚ 111 ਜਿਹੜੇ ਨੇ ਉਹ ਸ਼ੇਰ ਸਨ। ਪਰ ਅਸਲ ਦੇ ਜ਼ਫਰਨਾਮਾ ਬਾਲਾ ਪ੍ਰੀਤਮ ਨੇ ਵੀ ਭੇਜਿਆ। ਮਹਾਰਾਜ ਨੇ 2 ਸ਼ਬਦ ਭੇਜੇ ਸਨ ਕਿ ਕਿਆ ਖਾਦੇ ਕਿਆ ਪਹਿਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਤੇ ਦੂਸਰੀ ਪੰਕਤੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਔਰੰਗਜ਼ੇਬ ਨੂੰ ਮਾਨੋ ਇਹ ਪਹਿਲਾ ਜ਼ਫਰਨਾਮਾ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਭੇਜ ਦਿੱਤਾ ਸੀ। ਇੱਕ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਹੈ, ਕਹਿੰਦੇ ਨੇ ਕਿ ਇਹਨਾਂ ਹੰਸਾਂ ਦਾ ਕੰਮ ਕੀ ਹੈ। ਵਜ਼ੀਰ ਬੜਾ ਸਿਆਣਾ ਸੀ, ਕਿਉਂਕਿ ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਉੱਪਰ ਟਿਕਦੇ ਨੇ। ਤੇ ਵਜ਼ੀਰ ਬੜਾ ਸਿਆਣਾ, ਉਸਨੇ ਰਾਜ ਮਹਿਲ ਦੀ ਛੱਤ ਦੇ ਉੱਪਰ ਹੀਰੇ ਜਵਾਹਰਾਤ ਜਿਹੜੇ ਨੇ ਉਹ ਖਿਲਾਰ ਦਿੱਤੇ। ਹੰਸ ਆਏ, ਹੰਸਾਂ ਨੇ ਹੀਰੇ ਚੁਗੇ ਤੇ ਮੋਤੀ ਉਗਲ ਕੇ ਚਲੇ ਗਏ। ਉਹ ਰਾਜਾ ਕਹਿਣ ਲੱਗਾ, ਮੈਨੂੰ ਗੱਲ ਸਮਝ ਨਹੀਂ ਆਈ, ਇਹ ਹੰਸ ਆਏ ਔਰ ਮੋਤੀ ਚੁੱਕ ਕੇ ਹੀਰੇ ਦੇ ਕੇ ਜਾਂ ਹੀਰੇ ਚੁੱਕ ਕੇ ਮੋਤੀ ਦੇ ਕੇ ਚਲੇ ਗਏ, ਕਿਉਂਕਿ ਮੋਤੀਆਂ ਦੀ ਬੜੀ ਕੀਮਤ ਹੈ। ਉਹ ਆਖਣ ਲੱਗਾ, ਰਾਜਨ ਇਸੇ ਤਰ੍ਹਾਂ ਸੰਸਾਰ ਦੇ ਚੋਂ ਗੁਰੂ ਪੀਰ ਪੈਗੰਬਰ ਆਉਂਦੇ ਨੇ, ਉਹ ਸੰਸਾਰ ਤੋਂ ਲੈਂਦੇ ਬੜਾ ਥੋੜਾ ਨੇ, ਪਰ ਸੰਸਾਰ ਨੂੰ ਦੇਂਦੇ ਬੜਾ ਨੇ। ਬਾਲਾ ਪ੍ਰੀਤਮ ਜਦੋਂ ਦਿੱਲੀ ਦੀ ਧਰਤੀ ਉੱਪਰ ਚੇਚਕ ਦੀ ਬਿਮਾਰੀ ਫੈਲ ਗਈ, ਇਹ ਹਾਲਾਤ ਸਨ ਇਸ ਦਿੱਲੀ ਦੀ ਧਰਤੀ ਉੱਪਰ ਕਿ ਪਰਿਵਾਰ ਦੇ ਇੱਕ ਜੀਵ ਦਾ ਸੰਸਕਾਰ ਕਰਕੇ ਅਜੇ ਵਾਪਸ ਨਹੀਂ ਸਨ ਆਉਂਦੇ। ਪਤਾ ਲੱਗਦਾ ਸੀ ਦੂਸਰਾ ਦੀਵ ਚੜਾਈ ਕਰ ਗਿਆ ਹੈ। ਮਹਾਰਾਜ ਦੇ ਦਰਸ਼ਨਾਂ ਮਾਤਰ ਦੇ ਨਾਲ ਰੋਗ ਕੱਟੇ ਗਏ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਲਈ ਸਤਿਗੁਰੂ ਕਲਗੀਧਰ ਆਖਦੇ ਨੇ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜੇ ਡਿਠੈ ਸਭ ਦੁੱਖ ਜਾਏ। ਸਤਿਗੁਰ ਕਿਰਪਾ ਕਰਨ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰਬਾਣੀ ਤਿਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ